ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ CBSE ਜਮਾਤ 12ਵੀਂ ਦੇ ਵਿਦਿਆਰਥੀਆਂ ਦੇ ਲਈ 6ਵਾਂ ਸੈਂਪਲ ਪੇਪਰ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅੰਡੇਠਾ ਪੈਰਾ ਜੋ ਕਿ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ, ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਅੰਡੇਠੇ ਪੈਰੇ ਨੂੰ ਪੜ੍ਹ ਸਕਦੇ ਹੋ। ਫਿਰ ਅਸੀਂ ਪ੍ਰਸ਼ਨ ਉੱਤਰ ਕਰਾਂਗੇ। ਆਓ ਹੁਣ ਅਸੀਂ ਕਰਦੇ ਹਾਂ ਪ੍ਰਸ਼ਨ ਉੱਤਰ। ਕਿਹੜੀ ਕਮਾਈ ਪੂਜਾ ਪਾਠ ਦੇ ਬਰਾਬਰ ਹੁੰਦੀ ਹੈ? ਹੱਕ ਹਲਾਲ ਦੀ। ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਕਿਹੜਾ ਇਨਸਾਨ ਕਾਮਯਾਬ ਹੁੰਦਾ ਹੈ? ਹਿੰਮਤ ਤੇ ਮਿਹਨਤ ਕਰਨ ਵਾਲਾ। ਦੂਜਿਆਂ ਤੇ ਆਸ ਰੱਖਣ ਵਾਲੇ ਲੋਕ ਕਿਵੇਂ ਰਹਿੰਦੇ ਹਨ? ਢਹਿੰਦੀਆਂ ਕਲਾ ਵਿੱਚ। ਜ਼ਿੰਦਗੀ ਦਾ ਅਸਲੀ ਸੁੱਖ ਕਿਵੇਂ ਨਸੀਬ ਹੁੰਦਾ ਹੈ? ਹੱਥੀਂ ਕਿਰਤ ਕਰਕੇ। ਕਿਹੜੇ ਲੋਕ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ? ਉਦਮੀ ਲੋਕ। ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਕਿਵੇਂ ਪਾਰ ਕਰਨਾ ਚਾਹੀਦਾ ਹੈ? ਖਿੜੇ ਮੱਥੇ। ਮਾਪਿਆਂ ਵੱਲੋਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਿਹੜੇ ਕੰਮ ਦੀ ਆਦਤ ਪਾਉਣੀ ਚਾਹੀਦੀ ਹੈ? ਹੱਥੀਂ ਕੰਮ ਕਰਨ ਦੀ। ਉੱਪਰ ਦਿੱਤੇ ਗਏ ਪੈਰੇ ਦਾ ਸਿਰਲੇਖ ਹੈ ਹੱਥੀਂ ਕਿਰਤ ਕਰਨਾ। ਤੇ ਇਸ ਤੋਂ ਬਾਅਦ ਹੈ ਕਾਰ ਵਿਹਾਰ ਦੇ ਪੱਤਰ ਜੋ ਕਿ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਹੇ ਨੇ, ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਦੇਖ ਸਕਦੇ ਹੋ ਵੀ ਅਸੀਂ ਕਾਰ ਵਿਹਾਰ ਦਾ ਪੱਤਰ ਹੈ ਉਹ ਕਿਸ ਤਰ੍ਹਾਂ ਲਿਖਣਾ ਹੈ। ਤੇ ਹੁਣ ਅਸੀਂ ਕਰਾਂਗੇ ਪੈਰਾ ਰਚਨਾ, ਭਿੱਖਿਆ ਮੰਗਣਾ ਜਾਂ ਸਾਈਬਰ ਅਪਰਾਧ। ਤੇ ਪੈਰਾ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਲਿਖਿਆ ਹੋਇਆ ਆ ਰਿਹਾ, ਤੇ ਆਪ ਸਾਰੇ ਵਿਦਿਆਰਥੀ ਸਕਰੀਨ ਨੂੰ ਪੌਜ਼ ਕਰਕੇ ਇਸ ਪੈਰੇ ਨੂੰ ਪੜ੍ਹ ਸਕਦੇ ਹੋ। ਤੇ ਹੁਣ ਅਸੀਂ ਕਰਾਂਗੇ ਵਾਕ ਵਟਾਂਦਰਾ। ਪਹਿਲਾ, ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ। ਇਸਦਾ ਬਣਾਉਣਾ ਸਧਾਰਨ ਵਾਕ, ਉਹ ਅਮੀਰ ਹੋ ਕੇ ਵੀ ਕੰਜੂਸ ਹੈ। ਮਿਹਨਤੀ ਵਿਦਿਆਰਥੀ ਕਦੇ ਅਸਫਲ ਨਹੀਂ ਹੁੰਦੇ। ਇਸਦਾ ਹਾਂ-ਵਾਚਕ ਬਣਾਉਣਾ, ਮਿਹਨਤੀ ਵਿਦਿਆਰਥੀ ਹਮੇਸ਼ਾ ਸਫਲ ਹੁੰਦੇ ਹਨ। ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ। ਵਿਸਮਯਵਾਚਕ ਬਣਾਉਣਾ, ਕਾਸ਼ ਮੈਂ ਅਮੀਰ ਹੋਵਾਂ। ਸੁਰਿੰਦਰ ਮੋਹਨ ਤੋਂ ਗੇਂਦ ਖੋ ਕੇ ਭੱਜ ਗਿਆ। ਸੰਯੁਕਤ ਬਣਾਉਣਾ, ਸੁਰਿੰਦਰ ਨੇ ਮੋਹਨ ਤੋਂ ਗੇਂਦ ਖੋਈ ਅਤੇ ਭੱਜ ਗਿਆ। ਇਸ ਤੋਂ ਬਾਅਦ ਹੈ ਖਾਣ ਖੌਤਨਾ, ਆਪੇ ਫਾਤੜੀਏ ਤੈਨੂੰ ਕੌਣ ਛੁਡਾਏ। ਤੇ ਜਦੋਂ ਕੋਈ ਵਿਅਕਤੀ ਆਪ ਹੀ ਕੋਈ ਮੁਸੀਬਤ ਗੱਲ ਪਾ ਲਵੇ ਉਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹੱਥਾਂ ਬਾਜ਼ ਕਰਾ ਰਹੇ ਵੈਰੀ ਮਿੱਤ ਨਾ ਹੋਵੇ, ਜਿਸ ਦਾ ਅਰਥ ਹੈ ਕਿ ਵਿਰੋਧੀ ਜਾਂ ਦੁਸ਼ਮਣ ਸਖਤੀ ਨਾਲ ਹੀ ਠੀਕ ਰਹਿੰਦਾ ਹੈ। ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ, ਜਿਸ ਦਾ ਅਰਥ ਹੈ ਕਿ ਸਾਨੂੰ ਸਾਰੇ ਕੰਮ ਸਮੇਂ 'ਤੇ ਕਰਨੇ ਚਾਹੀਦੇ ਹਨ। ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ। ਤੇ ਇਸ ਦਾ ਅਰਥ ਹੈ ਕਿ ਬੰਦੇ ਦੀ ਬਦਕਿਸਮਤੀ ਉਸਦੇ ਨਾਲ ਹੀ ਰਹਿੰਦੀ ਹੈ। ਠੂਠਾ ਫੁੱਟ ਕੇ ਛੰਨਾ ਮਿਲਿਆ, ਇਸ ਦਾ ਅਰਥ ਹੈ ਕਿ ਹਾਲਤ ਚੰਗੀ ਹੋ ਜਾਣੀ। ਤੇ ਇਸ ਤੋਂ ਬਾਅਦ ਹੈ ਕੁੱਤੇ ਭੌਂਕਦੇ ਰਹਿੰਦੇ ਹਨ, ਹਾਥੀ ਲੰਘ ਜਾਂਦੇ ਹਨ। ਜਦੋਂ ਇਹ ਦੱਸਣਾ ਹੋਵੇ ਕਿ ਕੰਮ ਕਰਨ ਵਾਲੇ ਬੰਦੇ ਕਿਸੇ ਦੀ ਨੁਕਤਾਚੀਨੀ ਦੀ ਕੋਈ ਪਰਵਾਹ ਨਹੀਂ ਕਰਦੇ। ਤੇ ਇਸ ਤੋਂ ਬਾਅਦ ਹੈ ਸਾਹਿਤ। ਸਭ ਤੋਂ ਪਹਿਲਾਂ ਕਵਿਤਾਵਾਂ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ। ਧਰਤੀ 'ਤੇ ਲਹੂ ਵਗਿਆ, ਕਬਰਾਂ ਪਈਆਂ ਚੋਣ। ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ। ਅੱਜ ਸੱਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ। ਤੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਕਾਵਿ ਟੁਕੜੀਆਂ ਲਾਜ਼ਮੀ ਪੰਜਾਬੀ 12 ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਿਸ ਸ਼ਾਹ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ 1947 ਦੇ ਦੇਸ਼ ਵੰਡ ਦੇ ਚਿੱਤਰ ਨੂੰ ਪੇਸ਼ ਕੀਤਾ ਗਿਆ। ਇਹਨਾਂ ਸਤਰਾਂ ਵਿੱਚ ਕਵਿਤਰੀ ਦੇਸ਼ ਵੰਡ ਦਾ ਦਰਦਨਾਕ ਦ੍ਰਿਸ਼ ਚਿੱਤਰਦੀ ਵਾਰਿਸ ਸ਼ਾਹ ਨੂੰ ਪਿਆਰ ਦਾ ਇੱਕ ਹੋਰ ਕਿੱਸਾ ਲਿਖਣ ਲਈ ਆਖਦੀ ਹੈ। ਵਿਆਖਿਆ। ਦੇਸ਼ ਦੀ ਵੰਡ ਦੇ ਦਰਦਨਾਕ ਸਮੇਂ ਦਾ ਚਿੱਤਰਨ ਕਰਦੀ ਅੰਮ੍ਰਿਤਾ ਪ੍ਰੀਤਮ ਆਖਦੀ ਹੈ ਕਿ ਕਤਲੇਆਮ ਕਾਰਨ ਧਰਤੀ 'ਤੇ ਲਹੂ ਵਗ ਰਿਹਾ ਸੀ ਅਤੇ ਕਬਰਾਂ ਵਿੱਚੋਂ ਲਹੂ ਚੋ ਰਿਹਾ ਸੀ। ਪਿਆਰ ਕਰਨ ਵਾਲੀਆਂ ਸ਼ਹਿਜ਼ਾਦੀਆਂ ਜਿਨ੍ਹਾਂ ਦੇ ਪਿਆਰੇ ਦੇਸ਼ ਵੰਡ ਕਾਰਨ ਮਾਰੇ ਗਏ ਅੱਜ ਕਬਰਾਂ ਵਿੱਚੋਂ ਰੋ ਰਹੀਆਂ ਹਨ। ਕਵਿਤਰੀ ਆਖਦੀ ਹੈ ਕਿ ਅੱਜ ਦੇਸ਼ ਵੰਡ ਦੇ ਸਮੇਂ ਸਾਰੇ ਹੀ ਲੋਕ ਜਿਵੇਂ ਹੁਸਨ ਤੇ ਇਸ਼ਕ ਦੇ ਚੋਰ ਅਥਵਾ ਕੈਦੋ ਬਣ ਗਏ ਹਨ। ਦੂਜੀਆਂ ਕਾਵਿ ਟੁਕੜੀਆਂ। ਐਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਲ ਰਾਈ। ਕਿ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ, ਲੱਖਾਂ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਤੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਕਾਵਿ ਟੁਕੜੀਆਂ ਲਾਜ਼ਮੀ ਪੰਜਾਬੀ 12 ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਇੱਕ ਪਾਸੇ ਦਾ ਤਾਜ ਮਹਿਲ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ, ਪਰ ਦੂਜੇ ਪਾਸੇ ਇਸ ਨੂੰ ਉਸਾਰਨ ਵਾਲੇ ਮਜ਼ਦੂਰਾਂ ਦਾ ਵੀ ਦਰਦਨਾਕ ਚਿੱਤਰ ਪੇਸ਼ ਕੀਤਾ ਗਿਆ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਗਰੀਬਾਂ ਦੇ ਹੰਝੂਆਂ 'ਤੇ ਪੱਲਣ ਵਾਲਾ ਤਾਜ ਮਹਿਲ ਦਾ ਹੁਸਨ ਇੱਕ ਛਲਾਵਾ ਅਥਵਾ ਧੋਖਾ ਹੈ। ਤੇ ਵਿਆਖਿਆ ਵਿੱਚ ਅਸੀਂ ਲਿਖ ਸਕਦੇ ਹਾਂ, ਕਵੀ ਲਿਖਦਾ ਹੈ ਕਿ ਜਦੋਂ ਤਾਜ ਮਹਿਲ ਉਸਾਰਨ ਵਾਲੇ ਮਜ਼ਦੂਰਾਂ ਅਤੇ ਮਜ਼ਦੂਰਾਂ ਦੀਆਂ ਇਹ ਝਾਕੀ ਉਸਦੀ ਕਲਪਨਾ ਵਿੱਚ ਦਿਖਾਈ ਦਿੰਦੀ ਹੈ ਤਾਂ ਪੀੜ ਨਾਲ ਬੇਚੈਨ ਹੋ ਕੇ ਉਸਦੀ ਰੂਹ ਕੁਲਰਾਉਂਦੀ ਹੈ। ਫਿਰ ਕਵੀ ਕਹਿੰਦਾ ਕਿ ਤਾਜ ਮਹਿਲ ਦੇ ਹੁਸਨ ਨੂੰ ਜਾਂ ਤਾਜ ਮਹਿਲ ਦੀ ਸੁੰਦਰਤਾ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ, ਸਗੋਂ ਉਹ ਇੱਕ ਛਲਾਵਾ ਅਥਵਾ ਧੋਖਾ ਹੈ, ਕਿਉਂਕਿ ਉਸ ਨੂੰ ਉਸਾਰਨ ਲਈ ਲੱਖਾਂ ਗਰੀਬ ਮਜ਼ਦੂਰਾਂ ਤੋਂ ਵਗਾਰ ਕਰਵਾਈ ਗਈ ਸੀ ਅਤੇ ਉਹ ਉਹਨਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ 'ਤੇ ਪਲਦਾ ਹੈ। ਇਸ ਤੋਂ ਬਾਅਦ ਬਹੁ ਵਿਕਲਪੀ ਪ੍ਰਸ਼ਨ। ਟੁਕੜੀ ਜਗ ਤੋਂ ਨਿਆਰੀ ਕਵਿਤਾ ਦਾ ਕਵੀ ਕੌਣ ਹੈ? ਭਾਈ ਵੀਰ ਸਿੰਘ। ਚੁੰਮ ਚੁੰਮ ਰੱਖੋ ਕਵਿਤਾ ਵਿੱਚ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਹੈ? ਸਾਹਿਬਜ਼ਾਦਾ ਜੁਝਾਰ ਸਿੰਘ ਜੀ।
ਮੇਰਾ ਬਚਪਨ ਕਵਿਤਾ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ? ਮਾਂ ਪੁੱਤ। ਗੀਤ ਕਵਿਤਾ ਵਿੱਚ ਕਵੀ ਪੱਠੀ ਵਾਲੀ ਨੂੰ ਪਾੜੇ ਵਜੋਂ ਕੀ ਦੇਣਾ ਚਾਹੁੰਦਾ ਹੈ? ਹੰਝੂ। ਤੇ ਹੁਣ ਅਸੀਂ ਕਰਾਂਗੇ ਕਹਾਣੀਆਂ ਵਿੱਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਨੀਲੀ ਕਹਾਣੀ ਦੇ ਵਿਸ਼ਾ ਵਸਤੂ ਬਾਰੇ ਆਪਣੇ ਵਿਚਾਰ 125 ਤੋਂ 150 ਸ਼ਬਦਾਂ ਵਿੱਚ ਪ੍ਰਗਟ ਕਰੋ। ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਨੀਲੀ ਕਹਾਣੀ ਦਾ ਵਿਸ਼ਾ ਮਨੁੱਖ ਦੀ ਪਸ਼ੂਆਂ ਪ੍ਰਤੀ ਅਸੰਵੇਦਨਸ਼ੀਲਤਾ ਨੂੰ ਬਿਆਨ ਕਰਦਾ ਹੈ। ਇਸ ਕਹਾਣੀ ਵਿੱਚ ਮਨੁੱਖ ਦਾ ਸਿਰਫ ਆਪਣੇ ਬਾਰੇ ਸੋਚਣਾ ਅਤੇ ਜਾਨਵਰਾਂ ਪ੍ਰਤੀ ਉਸਦੇ ਕਠੋਰ ਰਵੱਈਏ ਨੂੰ ਦਿਖਾਇਆ ਗਿਆ ਹੈ। ਇਸ ਕਹਾਣੀ ਵਿੱਚ ਲੇਖਕ ਨੇ ਪਸ਼ੂਆਂ ਦੀ ਸੰਵੇਦਨਸ਼ੀਲਤਾ ਦਾ ਬੜੇ ਮਾਰਮਿਕ ਤਰੀਕੇ ਨਾਲ ਵਰਣਨ ਕੀਤਾ। ਤੇ ਉਸ ਤੋਂ ਬਾਅਦ ਅਸੀਂ ਲਿਖਣਾ ਹੈ ਕਿ ਕਹਾਣੀ ਵਿੱਚ ਕੀ ਹੁੰਦਾ ਹੈ, ਤੇ ਉਸ ਨੂੰ ਆਪ ਸਾਰੇ ਵਿਦਿਆਰਥੀ ਪੌਜ਼ ਕਰਕੇ ਪੜ੍ਹ ਸਕਦੇ ਹੋ। ਤੇ ਅੰਤ ਵਿੱਚ ਅਸੀਂ ਲਿਖ ਸਕਦੇ ਹਾਂ, ਗਵਾਲੇ ਲਈ ਨੀਲੀ ਸਿਰਫ ਇੱਕ ਦੁੱਧ ਦੇਣ ਦਾ ਸਾਧਨ ਸੀ, ਪਰ ਅਸਲ ਵਿੱਚ ਉਹ ਇੱਕ ਮਾਂ ਵੀ ਸੀ। ਇਸ ਤਰ੍ਹਾਂ ਇਹ ਕਹਾਣੀ ਸਾਨੂੰ ਪਸ਼ੂਆਂ ਦੀ ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ ਪ੍ਰਤੀ ਹਮਦਰਦੀ ਰੱਖਣ ਦੀ ਸਿੱਖਿਆ ਦਿੰਦੀ ਹੈ। ਅਗਲਾ ਪ੍ਰਸ਼ਨ ਹੈ, ਕਰਜ਼ਾ ਆਪਣੇ ਕਹਾਣੀ ਦੇ ਪਾਤਰ ਜੀਤੋ ਦੀ ਮਾਨਸਿਕ ਸਥਿਤੀ ਸਮਝਦੇ ਹੋਏ ਉਸਦੇ ਪਾਤਰ ਬਾਰੇ ਆਪਣੇ ਵਿਚਾਰ 125 ਤੋਂ 150 ਸ਼ਬਦਾਂ ਵਿੱਚ ਪ੍ਰਗਟ ਕਰੋ। ਤੇ ਜੀਤੋ ਦਾ ਪਾਤਰ ਚਿੱਤਰਨ ਕਰਨਾ, ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ, ਜਾਣ ਪਛਾਣ, ਇੱਕ ਆਗਿਆਕਾਰੀ ਧੀ, ਜਜ਼ਬਾਤੀ ਅਤੇ ਭਾਵਕ, ਵੀਰ ਪਿਆਰ ਨਾਲ ਭਰਪੂਰ। ਤੇ ਇਸ ਤੋਂ ਬਾਅਦ ਕਹਾਣੀਆਂ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ। ਪ੍ਰੋਫੈਸਰ ਕੋਲੋਂ ਖੜ ਕਰਦਿਆਂ ਲੰਘਿਆ ਸਾਈਕਲ ਕੌਣ ਚਲਾ ਰਿਹਾ ਸੀ? ਲਾਲ ਚੀਰੇ ਵਾਲਾ ਨੌਜਵਾਨ। ਪ੍ਰੋਫੈਸਰ ਨੂੰ ਕਿੰਨੀ ਤਨਖਾਹ ਤੇ ਲੈਕਚਰਾਰੀ ਮਿਲੀ ਸੀ? ਮੁੱਢਲੀ ਤਨਖਾਹ ਤੇ। ਨੀਲੀ ਨੇ ਖਾਣਾ ਪੀਣਾ ਕਿਉਂ ਛੱਡ ਦਿੱਤਾ ਸੀ? ਆਪਣੀ ਵੱਛੀ ਦੇ ਮਰ ਜਾਣ ਕਰਕੇ। ਰਿਕਸ਼ੇ ਵਾਲੇ ਨੇ ਕਿੰਨੇ ਰੁਪਏ ਵਗਾ ਮਾਰੇ? 2 ਰੁਪਏ। ਜੀਤੋ ਦੇ ਘਰ ਪਿਛਲੇ ਕਿੰਨੇ ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ? 40 ਸਾਲਾਂ ਤੋਂ। ਤੇ ਹੁਣ ਅਸੀਂ ਕਰਾਂਗੇ 2 ਅੰਕਾਂ ਵਾਲੇ ਪ੍ਰਸ਼ਨ। ਪ੍ਰੋਫੈਸਰ ਬੁੱਢੀ ਮਾਈ ਨੂੰ ਬੱਸ ਦੀ ਟਿਕਟ ਦੇ ਪੈਸੇ ਕਿਉਂ ਨਹੀਂ ਸੀ ਦੇ ਸਕਿਆ? ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ, ਪ੍ਰੋਫੈਸਰ ਕੋਲ ਸਿਰਫ 3 ਨਵੇਂ ਪੈਸੇ ਸਨ ਜੋ ਟਿਕਟ ਲਈ ਕਾਫੀ ਨਹੀਂ ਸਨ। ਉਸ ਨੇ ਆਪਣੇ ਪੁੱਤਰ ਦਿਨੇਸ਼ ਦੀ ਰਸ ਦੀ ਮੰਗ ਨੂੰ ਵੀ ਪੂਰਾ ਕਰਨਾ ਸੀ। ਉਹ ਕਿਸੇ ਤੋਂ ਪੈਸੇ ਵੀ ਨਹੀਂ ਮੰਗਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਉਸ ਦੀਆਂ ਸਲਾਮਾਂ ਖੁੱਸ ਜਾਣ ਦਾ ਡਰ ਸੀ। ਇਸ ਕਰਕੇ ਉਹ ਬੁੱਢੀ ਮਾਈ ਨੂੰ ਬੱਸ ਦੀ ਟਿਕਟ ਦੇ ਪੈਸੇ ਨਹੀਂ ਸੀ ਦੇ ਸਕਿਆ। ਅਗਲਾ ਪ੍ਰਸ਼ਨ ਹੈ, ਵੱਛੀ ਦੀ ਮੌਤ ਤੋਂ ਬਾਅਦ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ? ਤੇ ਇਸ ਦਾ ਉੱਤਰ ਹੈ, ਵੱਛੀ ਦੀ ਮੌਤ ਤੋਂ ਬਾਅਦ ਨੀਲੀ ਦੁੱਧ ਇਸ ਕਰਕੇ ਨਹੀਂ ਦੇ ਰਹੀ ਸੀ ਕਿਉਂਕਿ ਉਸਦਾ ਮਨ ਦੁਖੀ ਸੀ। ਉਹ ਆਪਣੀ ਵੱਛੀ ਨੂੰ ਯਾਦ ਕਰ ਰਹੀ ਸੀ। ਕਹਾਣੀ ਵਿੱਚ ਰਿਕਸ਼ੇ ਵਾਲੇ ਨੂੰ ਮਾੜਾ ਬੰਦਾ ਕਿਉਂ ਕਿਹਾ ਗਿਆ? ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਰਿਕਸ਼ੇ ਵਾਲੇ ਨੂੰ ਮਾੜਾ ਬੰਦਾ ਕਿਹਾ ਗਿਆ ਕਿਉਂਕਿ ਉਹ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਣ ਲਈ ਨਿਮਰਤਾ ਜਾਂ ਮਿੰਨਤ ਦੀ ਥਾਂ ਗੁੱਸੇ ਅਤੇ ਜਿੱਦ ਤੋਂ ਕੰਮ ਲੈਂਦਾ ਹੈ ਅਤੇ ਲੇਖਕ ਦੀ ਪਤਨੀ ਵੱਲੋਂ ਦਿੱਤੇ 2 ਰੁਪਏ ਵਗਾ ਸੁੱਟਦਾ ਹੈ। ਜਦੋਂ ਲੇਖਕ ਉਸ ਨੂੰ ਮਾਰਨ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਗਰੀਬ ਤੇ ਮਾੜਾ ਬੰਦਾ ਹੈ, ਤਾਂ ਹੀ ਉਸ ਨਾਲ ਅਜਿਹਾ ਵਰਤਾਅ ਹੋ ਰਿਹਾ ਹੈ। ਅਗਲਾ ਪ੍ਰਸ਼ਨ ਹੈ, ਰਿਕਸ਼ੇ ਵਾਲੇ ਦਾ ਹੁਲੀਆ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ। ਤੇ ਇਸ ਦਾ ਉੱਤਰ ਹੈ, ਰਿਕਸ਼ੇ ਵਾਲੇ ਦੀ ਪਿੱਠ ਕੁੱਬੀ ਹੋਈ ਪਈ ਸੀ ਅਤੇ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਸ਼ਰਟ ਤੇ ਹੋਰ ਰੰਗ ਦੀ ਟਾਕੀ ਲੱਗੀ ਹੋਈ ਸੀ। ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਅਤੇ ਸਿਰ ਦੇ ਵਾਲ ਮੈਲੇ ਉਲਝੇ ਹੋਏ ਸਨ। ਅਗਲਾ ਪ੍ਰਸ਼ਨ ਹੈ, ਹਾਰਮੋਨੀਅਮ ਵਾਲੇ ਗਵਈਏ ਨੇ ਸਹੁਰੇ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਕਿਵੇਂ ਖਿੱਚਿਆ? ਤੇ ਇਸ ਦਾ ਉੱਤਰ ਹੈ, ਹਾਰਮੋਨੀਅਮ ਵਾਲੇ ਗਵਈਏ ਨੇ ਫਿਲਮੀ ਗੀਤ ਦੀ ਤਰਜ਼ ਉੱਤੇ ਗਾ ਕੇ ਸਹੁਰੇ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਦਰਦਮਾਈ ਸ਼ਬਦਾਂ ਵਿੱਚ ਖਿੱਚਿਆ। ਉਸਨੇ ਹਾਰਮੋਨੀਅਮ ਦੀ ਉਦਾਸ ਤੇ ਵੈਰਾਗੀ ਸੁਰ ਨਾਲ ਵੈਂਡ ਜਿਹੇ ਪਾ ਕੇ ਗਾਇਆ ਕਿ ਕਿਸ ਤਰ੍ਹਾਂ ਨਵੀਂ ਥਾਂ ਤੇ ਜਾ ਕੇ ਜੀਤੋ ਨੇ ਆਪਣੇ ਮਾਪਿਆਂ ਨੂੰ ਤਾਂਗਣਾ ਸੀ ਤੇ ਜਦ ਉਹਨਾਂ ਨੇ ਨਹੀਂ ਸੀ ਬਹੁੜਨਾ ਤਾਂ ਉਸਨੇ ਬਨੇਰੇ ਤੋਂ ਕਾਂ ਉਡਾਉਂਦੀ ਰਹਿਣਾ ਸੀ। ਤੇ ਇਸ ਤੋਂ ਬਾਅਦ ਸੱਭਿਆਚਾਰ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ। ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ? ਗੁੱਗੇ ਦੀ। ਪੰਜਾਬ ਦੇ ਲੋਕ ਨਾਚ ਕਿਸ ਪ੍ਰਕਾਰ ਦੀ ਕਲਾ ਹਨ? ਲੋਕ ਕਲਾ। ਲੂਣ ਤੇ ਲੱਲੇ ਕਿਸ ਖੇਡ ਵਿੱਚ ਸਮਾ ਗਏ ਹਨ? ਕ੍ਰਿਕਟ। ਪਤੀ ਦੀ ਲੰਮੀ ਉਮਰ ਲਈ ਇਸਤਰੀਆਂ ਕਿਹੜਾ ਵਰਤ ਰੱਖਦੀਆਂ ਹਨ? ਕਰਵਾ ਚੌਥ ਦਾ। ਮਾਘੀ ਦਾ ਪ੍ਰਸਿੱਧ ਮੇਲਾ ਕਿੱਥੇ ਲੱਗਦਾ? ਮੁਕਤਸਰ ਸਾਹਿਬ। ਇਸ ਤੋਂ ਬਾਅਦ ਸੱਭਿਆਚਾਰ ਵਿੱਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਨਾਲ ਸੰਬੰਧਿਤ ਕਿਹੜੇ ਮੇਲੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਣਨ ਕਰੋ। ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਦੀ ਦੇਣ ਹਨ। ਪਹਿਲਾਂ ਸਮਿਆਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਅਤੇ ਵੱਢਣ ਤੋਂ ਪਹਿਲਾਂ ਨਾਗ ਪੂਜਾ ਕਰਦਾ ਸੀ ਅਤੇ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ। ਇਹਨਾਂ ਮੇਲਿਆਂ ਨੂੰ ਨਾਗ ਮਾਹ ਕਿਹਾ ਜਾਂਦਾ ਸੀ। ਤੇ ਹੁਣ ਅਸੀਂ ਲਿਖਣਾ ਹੈ ਗੁੱਗੇ ਨਾਲ ਸੰਬੰਧਿਤ ਮੇਲੇ ਦੇ ਬਾਰੇ। ਗੁੱਗਾ ਸ਼ਬਦ ਉਸ ਸੱਪ ਦਾ ਸੂਚਕ ਹੈ ਜੋ ਰੂਪ ਬਦਲ ਕੇ ਮਨੁੱਖ ਦਾ ਜਾਮਾ ਧਾਰਨ ਕਰ ਸਕੇ। ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ ਅਤੇ ਗੁੱਗੇ ਦੀ ਸਮਰਤੀ ਵਿੱਚ ਲੁਧਿਆਣੇ ਦੇ ਪਿੰਡ ਛਪਾਰ ਵਿੱਚ ਭਾਦਰੋਂ ਸੁਦੀ 14 ਨੂੰ ਮੇਲਾ ਲੱਗਦਾ ਹੈ। ਅਗਲਾ ਪ੍ਰਸ਼ਨ ਹੈ, ਮਨੁੱਖੀ ਜੀਵਨ ਵਿੱਚ ਰਸਮਾਂ ਰਿਵਾਜ਼ਾਂ ਦਾ ਕੀ ਮਹੱਤਵ ਹੈ? ਤੇ ਇਸ ਦਾ ਉੱਤਰ ਹੈ, ਮਨੁੱਖੀ ਜੀਵਨ ਵਿੱਚ ਰਸਮਾਂ ਰਿਵਾਜ਼ਾਂ ਦਾ ਬਹੁਤ ਮਹੱਤਵ ਹੈ। ਇਹ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸੱਧਰਾਂ ਅਤੇ ਜਜ਼ਮਿਆਂ ਦੀ ਤਰਜਮਾਨੀ ਕਰਦੀਆਂ ਹਨ। ਜਨਮ ਮਰਨ ਤੇ ਵਿਆਹ ਸ਼ਾਦੀ ਦੇ ਮੌਕੇ 'ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਰਸਮਾਂ ਰਿਵਾਜ਼ਾਂ ਤੋਂ ਸਾਨੂੰ ਸਾਡੇ ਧਾਰਮਿਕ ਸੰਸਕਾਰਾਂ ਬਾਰੇ ਪਤਾ ਲੱਗਦਾ ਹੈ। ਇਸ ਕਰਕੇ ਰਸਮ ਰਿਵਾਜ਼ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਹਨ।
ਅਗਲਾ ਪ੍ਰਸ਼ਨ ਹੈ, ਲੋਕ ਖੇਡਾਂ ਨਾਲ ਬੱਚੇ ਦੇ ਅੰਦਰ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ? ਇਹ ਵੀ ਦੱਸੋ ਕਿ ਅਜਿਹੀਆਂ ਕਿਹੜੀਆਂ-ਕਿਹੜੀਆਂ ਖੇਡਾਂ ਹਨ। ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਲੋਕ ਖੇਡਾਂ ਨਾਲ ਮਨੁੱਖ ਦੇ ਅੰਦਰ ਸਦਭਾਵਨਾ, ਨੇਕ ਨੀਅਤੀ, ਇਨਸਾਫ, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਬੁੱਢੀ ਮਾਈ, ਪੰਡਾ ਭੰਡਾਰੀਆ, ਉਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਬਾਂਦਰ ਕਿੱਲਾ, ਸਮੁੰਦਰ ਤੇ ਮੱਛੀ, ਲੱਕੜ ਕਾਠੀ, ਗੁੱਲੀ ਡੰਡਾ, ਪਿੱਠੂ, ਸ਼ੱਕਰ ਭਿੱਜੀ ਆਦਿ ਬੱਚਿਆਂ ਦੀਆਂ ਲੋਕ ਖੇਡਾਂ ਹਨ।